ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ ਚੈਨਲ ਫਿਜ਼ਿਕਸ ਬਾਈ ਸਿੱਧੂ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਚਾਹਣਾ ਕਿ ਕਈ ਦਿਨਾਂ ਤੋਂ ਮੈਂ ਵੀਡੀਓ ਨਹੀਂ ਅਪਲੋਡ ਕੀਤੀ YouTube ਚੈਨਲ ਤੇ, ਉਸ ਦੇ ਲਈ ਸੌਰੀ। ਅੱਜ ਆਪਾਂ ਨਵਾਂ ਟੌਪਿਕ ਲੈ ਕੇ ਆਏ ਹਾਂ ਇਕੁਆਟੋਰੀਅਲ ਲਾਈਨ ਵਾਲਾ, ਜੋ ਵੈਰੀ ਇੰਪੋਰਟੈਂਟ ਹੈ। ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ +2 ਫਿਜ਼ਿਕਸ ਦੀ ਜੋ ਫੁੱਲ ਨੌਲੇਜ ਹੈ ਉਹ ਇਸ ਚੈਨਲ ਤੋਂ ਪ੍ਰਾਪਤ ਕਰੋ ਪੰਜਾਬੀ ਭਾਸ਼ਾ ਦੇ ਵਿੱਚ। ਪਿਛਲੀ ਵੀਡੀਓਜ਼ ਦੇ ਵਿੱਚ ਆਪਾਂ ਨੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਬਾਰੇ ਪੜ੍ਹਿਆ ਸੀਗਾ। ਇਲੈਕਟ੍ਰਿਕ ਫੀਲਡ ਇੰਟੈਂਸਿਟੀ ਐਟ ਅ ਪੁਆਇੰਟ ਔਨ ਦਾ ਐਕਸੀਅਲ ਲਾਈਨ ਆਫ ਐਨ ਇਲੈਕਟ੍ਰਿਕ ਡਾਈਪੋਲ। ਵੈਰੀ ਇੰਪੋਰਟੈਂਟ ਕੁਐਸਚਨ ਆਪਾਂ ਨੇ ਪਿਛਲੇ ਵੀਡੀਓ ਦੇ ਵਿੱਚ ਪੜ੍ਹਿਆ ਸੀਗਾ। ਅੱਜ ਆਪਾਂ ਇਸੇ ਟੌਪਿਕ ਨੂੰ ਅੱਗੇ ਤੋਰਦੇ ਹਾਂ। ਇਲੈਕਟ੍ਰਿਕ ਫੀਲਡ ਇੰਟੈਂਸਿਟੀ ਐਟ ਅ ਪੁਆਇੰਟ ਔਨ ਇਕੁਆਟੋਰੀਅਲ ਲਾਈਨ ਆਫ ਦਾ ਇਲੈਕਟ੍ਰਿਕ ਡਾਈਪੋਲ। ਇਹ ਟੌਪਿਕ ਅੱਜ ਆਪਾਂ ਨੇ ਪੜ੍ਹਨਾ ਹੈ ਤੇ ਇਹ ਟੌਪਿਕ ਵੀ ਵੈਰੀ ਇੰਪੋਰਟੈਂਟ ਟੌਪਿਕ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ। +2 ਬੋਰਡ ਦੇ ਐਗਜ਼ਾਮ ਦੇ ਵਿੱਚ CBSE ਹੋਵੇ ਚਾਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਐਗਜ਼ਾਮ ਹੋਵੇ, ਇਹ ਕੁਐਸਚਨ 5 ਨੰਬਰਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਇਹਨੂੰ ਕਦੇ ਵੀ ਸਕਿਪ ਨਹੀਂ ਕਰਨਾ, ਇਹਨੂੰ ਛੱਡਣਾ ਨਹੀਂ ਹੈ, ਠੀਕ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੋ ਅੱਜ ਦਾ ਆਪਣਾ ਟੌਪਿਕ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ ਐਨ ਇਲੈਕਟ੍ਰਿਕ ਡਾਈਪੋਲ ਐਟ ਅ ਪੁਆਇੰਟ ਔਨ ਦਾ ਇਕੁਆਟੋਰੀਅਲ ਲਾਈਨ। ਇਸ ਨੂੰ ਅਦਰ ਕੁਐਸਚਨ ਦੇ ਵਿੱਚ ਇਸ ਤਰ੍ਹਾਂ ਹੀ ਪੁੱਛਿਆ ਜਾਂਦਾ ਹੈਗਾ, ਬ੍ਰੌਡ ਔਨ ਸਾਈਡ ਜਾਂ ਨਿਊਟਰਲ ਐਕਸਿਸ ਜਾਂ ਪਰਪੈਂਡੀਕੂਲਰ ਬਾਈਸੈਕਟਰ। ਇਹ ਸਾਰੇ ਦੇ ਸਾਰੇ ਸੇਮ ਆਰਟੀਕਲ ਨੇ। ਕਈ ਨਾਮਾਂ ਨਾਲ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ, ਪਰ ਆਪਾਂ ਨੇ ਸਾਰਿਆਂ ਦਾ ਆਨਸਰ ਹੈ ਜੋ ਸੇਮ ਹੀ ਲਿਖਣਾ ਹੈਗਾ। ਇੱਕੋ ਹੀ ਇਹਦਾ ਆਨਸਰ ਹੈ, ਇਹ ਇੱਕੋ ਹੀ ਆਰਟੀਕਲ ਹੈ। ਚਲੋ ਸਟਾਰਟ ਕਰਦੇ ਹਾਂ ਅੱਜ ਦਾ ਜੋ ਟੌਪਿਕ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਕੁਆਟੋਰੀਅਲ ਲਾਈਨ ਕੀ ਹੁੰਦੀ ਹੈ ਜਾਂ ਬ੍ਰੌਡ ਔਨ ਸਾਈਡ ਕੀ ਹੁੰਦੀ ਹੈ, ਨਿਊਟਰਲ ਐਕਸਿਸ ਜਾਂ ਪਰਪੈਂਡੀਕੂਲਰ ਬਾਈਸੈਕਟਰ ਕਿਸ ਨੂੰ ਕਹਿੰਦੇ ਨੇ। ਆਪਾਂ ਨੂੰ ਪਤਾ ਹੈ ਕਿ ਜੋ ਡਾਈਪੋਲ ਹੈ ਉਹ ਦੋ ਚਾਰजेस ਤੋਂ ਮਿਲ ਕੇ ਬਣਦਾ ਹੈ, ਇਕੁਅਲ ਇਨ ਮੈਗਨੀਟਿਊਡ ਬਟ ਆਪੋਜ਼ਿਟ ਇਨ ਸਾਈਨ। ਮੰਨ ਲਓ ਆਹ -Q ਆ, ਇਹ ਹੈ +Q। ਇਹ ਦੋ ਆਪਣੇ ਕੋਲੇ ਚਾਰजेस ਨੇ, ਇਹ ਸੈਪਰੇਟਡ ਨੇ ਸਮ ਡਿਸਟੈਂਸ। ਇਸ ਨੂੰ origin ਮੰਨਦੇ ਆਪਾਂ O, ਤੇ ਇਸ ਦੀ ਜੋ ਟੋਟਲ ਸੈਪਰੇਸ਼ਨ ਹੈ ਉਹਨੂੰ ਆਪਾਂ 2L ਮੰਨ ਕੇ ਚੱਲਦੇ ਹਾਂ, ਤਾਂ ਕਿ ਆਪਾਂ ਜੋ ਡਿਸਟੈਂਸਸ ਨੇ ਉਹ ਅੱਧ ਤੋਂ ਮੈਜ਼ਰ ਕਰਦੇ ਹੁੰਦੇ ਆਪਾਂ ਡਾਈਪੋਲ ਦੇ, ਤਾਂ ਆਪਾਂ ਉਹ L ਲੈ ਕੇ ਚੱਲ ਪਾਵਾਂਗੇ। ਜੇ ਆਪਾਂ ਇਸ ਨੂੰ L ਮੰਨਦੇ ਹਾਂ ਤਾਂ ਆਪਾਂ ਨੂੰ L/2 ਨਾਲ ਕੁਐਸਚਨ ਸੋਲਵ ਕਰਨੇ ਪੈਣਗੇ, ਜੋ ਥੋੜੀ ਜੀ ਜੋ ਕੈਲਕੂਲੇਸ਼ਨ ਹੈ ਉਹ ਥੋੜੀ ਡਿਫਿਕਲਟ ਹੋ ਜਾਏਗੀ, ਠੀਕ ਹੈ। ਇਸ ਲਈ ਆਪਾਂ 2L ਲੈ ਕੇ ਚੱਲਦੇ ਹਾਂ ਹਰ ਇੱਕ ਆਰਟੀਕਲ ਦੇ ਵਿੱਚ। ਤਾਂ ਇਹ ਮੰਨ ਲਓ ਇੱਕ ਡਾਈਪੋਲ ਹੈ, ਇਹ ਇਸ ਦਾ ਸੈਂਟਰ ਹੈ। ਤਾਂ ਇੱਕ ਲਾਈਨ ਜੋ ਸੈਂਟਰ ਵਿੱਚ ਦੀ ਲੰਘਦੀ ਹੋਵੇ ਉਸ ਲਾਈਨ ਨੂੰ ਆਪਾਂ ਕਹਿੰਦੇ ਆ ਇਕੁਆਟੋਰੀਅਲ ਲਾਈਨ। ਇਸੇ ਲਾਈਨ ਨੂੰ ਆਪਾਂ ਕਹਿ ਦਿੰਦੇ ਹੈਗੇ ਨਿਊਟਰਲ ਐਕਸਿਸ, ਜਾਂ ਇਸ ਨੂੰ ਕਹਿ ਦਿੰਦੇ ਆਪਾਂ ਬ੍ਰੌਡ ਔਨ ਸਾਈਡ। ਮਤਲਬ ਕਿ ਜਿਸ ਪਾਸਿਓਂ ਡਾਈਪੋਲ ਜੋ ਹੈ ਬ੍ਰੌਡ ਹੈ, ਖੁੱਲਾ ਹੈ, ਉਸ ਪਾਸੇ ਨੂੰ ਕੋਈ ਪੁਆਇੰਟ ਆਪਾਂ ਨੇ ਅਸਿਊਮ ਕਰਨਾ P ਪੁਆਇੰਟ, ਠੀਕ ਹੈ। ਜਾਂ ਇਹਨੂੰ ਪਰਪੈਂਡੀਕੂਲਰ ਬਾਈਸੈਕਟਰ ਵੀ ਕਹਿ ਦਿੰਦੇ ਆ। ਪਰਪੈਂਡੀਕੂਲਰ ਬਾਈਸੈਕਟਰ ਵੀ ਆਪਣਾ ਡਾਈਪੋਲ ਹੈ, ਡਾਈਪੋਲ ਦੇ ਪਰਪੈਂਡੀਕੂਲਰ ਇੱਕ ਲਾਈਨ ਹੈ ਜੋ ਇਸ ਦੇ ਸੈਂਟਰ ਵਿੱਚ ਦੀ ਲੰਘਦੀ ਹੈ, ਇਸ ਨੂੰ ਕਹਿੰਦੇ ਆਪਾਂ ਇਕੁਆਟੋਰੀਅਲ ਲਾਈਨ। ਕਲੀਅਰ ਹੈ। ਹੁਣ ਆਪਾਂ ਇਸ ਟੌਪਿਕ ਨੂੰ ਅੱਗੇ ਕਰਨ ਦੇ ਲਈ ਪਹਿਲਾਂ ਸਭ ਤੋਂ ਪਹਿਲਾਂ ਇਸ ਦੀ ਡਾਇਗਰਾਮ ਬਣਾਵਾਂਗੇ ਅਤੇ ਫਿਰ ਇਸ ਦੇ ਵਿੱਚ ਜੋ ਕੰਸੀਡਰ ਲਿਖਦੇ ਹੁੰਦੇ ਆਪਾਂ ਲੈਟ ਕਰਦੇ ਹਾਂ, ਅਸਿਊਮ ਕਰਦੇ ਹਾਂ, ਉਹ ਲਿਖਾਂਗੇ। ਫਿਰ ਆਪਣਾ ਆਰਟੀਕਲ 2-3 ਸਟੈਪਾਂ ਦੇ ਵਿੱਚ ਜੋ ਆਨਸਰ ਆ ਜਾਵੇਗਾ। ਹਾਂਜੀ, ਇਹ ਆਪਣੀ ਡਾਇਗਰਾਮ ਹੈ ਇਸ ਟੌਪਿਕ ਦੇ ਲਈ। ਆਪਾਂ ਨੇ P ਪੁਆਇੰਟ ਅਸਿਊਮ ਕੀਤਾ ਹੈ at a distance r from the center of the dipole, ठीक है। ये डिस्टेंस L है, ये डिस्टेंस L है, टोटल डिस्टेंस है 2L between the two charges। ये नेगेटिव चार्ज है, पॉजिटिव चार्ज है, A पॉइंट ते पिया, B पॉइंट ते पिया। ਤੇ ਡਾਈਪੋਲ ਮੂਵਮੈਂਟ ਦੀ ਡੈਫੀਨੇਸ਼ਨ ਆਪਾਂ ਪੜ੍ਹੀ ਹੈ ਕਿ ਡਾਇਰੈਕਸ਼ਨ ਕੀ ਹੁੰਦੀ ਹੈ ਕਿ ਫਰਮ ਨੈਗੇਟਿਵ ਟੂ ਪੋਜ਼ਿਟਿਵ ਚਾਰਜ। ਤਾਂ ਇਸ ਡਾਇਰੈਕਸ਼ਨ ਦੇ ਵਿੱਚ P ਵੈਕਟਰ ਹੈ ਡਾਈਪੋਲ ਮੂਵਮੈਂਟ। ਕਲੀਅਰ ਹੈ। ਤੇ ਬਾय ਯੂਜ਼ਿੰਗ ਦਾ ਪਾਇਥਾਗੋਰਸ ਥਿयोरम ਪਰਪੈਂਡੀਕੂਲਰ ਹੈ, ਇਹ ਪਰਪੈਂਡੀਕੂਲਰ ਬਾਈਸੈਕਟਰ ਹੈ, ਠੀਕ। R है, ये L है, ਤਾਂ ਇਹ ਕੀ ਹੋ ਗਿਆ ਹਾਈਪੋਟੇਨਿਊਜ਼ ਹੋ ਗਿਆ ਇੱਕ ਤਰ੍ਹਾਂ ਦਾ ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ। ਇਹਦਾ ਆਨਸਰ ਆ ਗਿਆ r² + l² ਦਾ ਅੰਡਰ ਰੂਟ। ਇਸੇ ਤਰ੍ਹਾਂ ਸਿਮਿਲਰਲੀ ਆ ਵੀ ਕੀ ਆ r² + l² ਦਾ ਅੰਡਰ ਰੂਟ। ਕਲੀਅਰ। ਆਪਾਂ ਮੰਨ ਲਓ ਕਿ ਐਂਗਲ ਥੀਟਾ ਦੇ ਉੱਪਰ ਇਹ ਪੁਆਇੰਟ ਅਸਿਊਮ ਕੀਤਾ ਹੈ, ਕਿਉਂਕਿ ਤੁਹਾਨੂੰ ਦੇਖਣ ਦੇ ਵਿੱਚ ਸ਼ਾਇਦ ਇਹ ਟ੍ਰਾਇੰਗਲ ਬੁੱਕ ਦੇ ਵਿੱਚ ਵੀ ਦੇਖਿਆ ਹੋਗਾ ਤੁਸੀਂ ਨੇ, ਤੁਹਾਨੂੰ ਇਕੁਇਲੇਟਰਲ ਟ੍ਰਾਇੰਗਲ ਲੱਗ ਰਹੀ ਹੋਊਗੀ ਸ਼ਾਇਦ।
बट ये इक्विलेटरल ट्रायंगल जरूरी नहीं है, जो पी पॉइंट है वो इत्थे भी मन सकते हैं, आप ਇੱਥੇ ਵੀ ਮੰਨ ਸਕਦੇ, ਇੱਥੇ ਵੀ, ਕਿਤੇ ਵੀ ਦੂਰ ਵੀ ਮੰਨ ਸਕਦੇ ਹੈਗੇ। ਤਾਂ P ਪੁਆਇੰਟ ਜੋ ਹੈ ਉਸ ਦੇ ਨਾਲ ਇਹ ਐਂਗਲ ਦਾ ਫਰਕ ਪੈਂਦਾ ਹੈ, ਠੀਕ ਹੈ। ਜੇ ਆਪਾਂ ਇੱਥੇ P ਪੁਆਇੰਟ ਮੰਨਾਂਗੇ ਤਾਂ ਇਹ ਐਂਗਲ ਛੋਟਾ ਹੋ ਜਾਏਗਾ ਥੀਟਾ। ਆਪਾਂ ਨੇ P ਪੁਆਇੰਟ ਇੱਥੇ ਮੰਨਣਾ ਤਾਂ ਐਂਗਲ ਥੀਟਾ ਇੱਥੇ। ਜੇ ਆਪਾਂ ਹੋਰ ਜ਼ਿਆਦਾ ਉੱਚਾ ਇਹ ਪੁਆਇੰਟ P ਮੰਨ ਲਵਾਂਗੇ ਤਾਂ ਐਂਗਲ ਹੋਰ ਜ਼ਿਆਦਾ ਵੱਧ ਜਾਏਗਾ। ਤਾਂ ਜੋ P ਪੁਆਇੰਟ ਦੀ ਪੋਜੀਸ਼ਨ ਹੈ R ਤੇ ਵੀ ਡਿਪੈਂਡ ਕਰਦੀ ਹੈ ਤੇ ਨਾਲ ਦੀ ਨਾਲ ਉਹਦੇ ਨਾਲ ਕੀ ਚੇਂਜ ਹੁੰਦਾ, ਐਂਗਲ ਥੀਟਾ। ਤਾਂ ਹੁਣ ਆਪਾਂ ਪਿਛਲੇ ਟੌਪਿਕ ਦੇ ਵਿੱਚ ਜੋ ਆਪਾਂ ਪੜਿਆ ਹੋਇਆ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ ਅ ਸਿੰਗਲ ਪੁਆਇੰਟ ਚਾਰਜ, ਉਹੀ ਫਾਰਮੂਲਾ ਯੂਜ਼ ਕਰਨਾ ਆਪਾਂ ਇੱਥੇ। ਇਹ ਪੋਜ਼ਿਟਿਵ ਚਾਰਜ ਹੈ, ਇਹ ਨੈਗੇਟਿਵ ਚਾਰਜ ਹੈ, ਇਸ ਦੇ ਕਰਕੇ ਪਹਿਲਾਂ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਪਤਾ ਕਰ ਲਵਾਂਗੇ P ਪੁਆਇੰਟ ਦੀ, ਫਿਰ ਇਸ ਦੇ ਕਰਕੇ ਦੋਨਾਂ ਦਾ ਜੋ ਨੈਟ ਹੈ ਉਹ ਰਿਜ਼ਲਟੈਂਟ ਪਤਾ ਕਰ ਲਾਂਗੇ, ਜੋ ਆਪਣਾ ਆਨਸਰ ਹੋਵੇਗਾ। ਪੋਜ਼ਿਟਿਵ ਚਾਰਜ ਕਰਕੇ P ਪੁਆਇੰਟ ਦੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦਾ ਜੋ ਫਾਰਮੂਲਾ ਹੈ ਉਹ ਕੀ ਆਵੇਗਾ, EB is equal to 1/4 pi epsilon naught, चार्ज है Q अपॉन डिस्टेंस है BP द स्क्वायर। BP की जो वैल्यू है वो आप पुट कर देवांगे Q अपॉन R स्क्वायर स्क्वायर नाल अंडर रूट कैंसल आउट हो जाएगा ते अपने को आंसर बचेगा ठीक है। जे आप डायरेक्शन की गल करिए अलोंग BP, B तो P वाला डायरेक्शन दे विच EB दी डायरेक्शन होगी। सिमिलरली आप पता करांगे इलेक्ट्रिक फील्ड इंटेंसिटी एट पॉइंट P ड्यू टू नेगेटिव चार्ज एट A। तो नेगेटिव चार्ज इलेक्ट्रिक फील्ड इंटेंसिटी जो डायरेक्शन है वो फ्रॉम P टू A होगी, इस डायरेक्शन दे विच होगी। तो इसका फार्मूला की है, वही सेम फार्मूला EA is equal to 1/4 pi epsilon naught Q upon AP दा स्क्वायर। अगेन AP की जो वैल्यू है वो है अंडर रूट R स्क्वायर प्लस L स्क्वायर। तो सिमिलरली हल करके कितना आ जाएगा 1/4 pi epsilon naught Q upon R स्क्वायर प्लस L स्क्वायर। उसी तरह अंडर रूट नाल स्क्वायर रूट कैंसिल आउट हो जाएगा तो अपना आंसर यही आ जाएगा। तो एक क्वेश्चन नंबर 2 है, डायरेक्शन की गल करिए अलोंग P to A, ठीक है। तो फ्रॉम 1 इक्वेशन नंबर 1 एंड 2 वी गेट, हुन आपा इस तो की करना, रिजल्टेंट पता करना, नेट रिजल्टेंट पता करना, वही अपना इक्वेटोरियल दा आंसर होवेगा। तो आपा पता कर रहे हैं नेट रिजल्टेंट। सब तो पहले आप इस डायग्राम को देखते हैं, ਇੱਥੇ ਕੀ ਹੈ EB ਇਸ ਡਾਇਰੈਕਸ਼ਨ ਦੇ ਵਿੱਚ ਹੈ, EA ਇਸ ਡਾਇਰੈਕਸ਼ਨ ਦੇ ਵਿੱਚ ਹੈ। ਜੇ ਆਪਾਂ ਦੋਨਾਂ ਦੇ ਮੈਗਨੀਟਿਊਡ ਦੀ ਗੱਲ ਕਰੀਏ 1/4 pi epsilon naught Q upon R square plus L square, ਇਸ ਇਕੁਏਸ਼ਨ 'ਚ ਵੀ ਇੰਨਾ ਹੈ, ਇਸ ਇਕੁਏਸ਼ਨ ਦੇ ਵਿੱਚ ਵੀ ਇੰਨਾ ਹੈ, ਤਾਂ ਦੋਨਾਂ ਦਾ ਜੋ ਮੈਗਨੀਟਿਊਡ ਹੈ ਉਹ ਸੇਮ ਹੈ। ਤਾਂ ਆਪਾਂ ਇੱਥੇ ਲਿਖਾਂਗੇ EA ਦਾ ਮੈਗਨੀਟਿਊਡ ਇਜ਼ ਇਕੁਅਲ ਟੂ EB, ਠੀਕ। ਇਹਨੂੰ ਆਪਾਂ ਸਿੰਪਲੀ ਕੀ ਲਿਖ ਸਕਦੇ ਹਾਂਗੇ, E ਲਿਖ ਸਕਦੇ ਹਾਂ। ਕਲੀਅਰ ਹੈ ਰਾਜੇ। ਤਾਂ ਹੁਣ ਆਪਾਂ ਇਸ ਦੇ ਵਿੱਚ ਕੀ ਕਰਾਂਗੇ, ਦੋਨਾਂ ਦਾ ਰਿਜ਼ਲਟੈਂਟ ਪਤਾ ਕਰਨਾ ਹੈ। ਰਿਜ਼ਲਟੈਂਟ ਪਤਾ ਕਰਨ ਵਾਸਤੇ ਆਪਾਂ ਇਸ ਨੂੰ EA ਤੇ EB ਨੂੰ ਆਪਾਂ ਦੋ ਕੰਪੋਨੈਂਟਸ ਦੇ ਵਿੱਚ ਰਿਜ਼ੋਲਵ ਕਰਾਂਗੇ। ਪਰਪੈਂਡੀਕੂਲਰ ਕੰਪੋਨੈਂਟਸ ਦੇ ਵਿੱਚ ਆਪਾਂ ਰਿਜ਼ੋਲਵ ਕਰਨਾ ਸਿੱਖਿਆ ਸੀ +1 ਦੇ ਵਿੱਚ, ਉਹੀ ਆਪਾਂ ਇੱਥੇ ਯੂਜ਼ ਕਰਾਂਗੇ। ਤਾਂ ਇਹਦੇ ਦੋ ਕੰਪੋਨੈਂਟ ਕਿਹੜੇ ਕਿਹੜੇ ਬਣਗੇ, EB ਦੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਜੇ ਐਂਗਲ ਇੱਥੇ ਥੀਟਾ ਹੈ, ਠੀਕ ਹੈ। ਤਾਂ ਆਪਾਂ ਇੱਥੇ ਇੱਕ ਲਾਈਨ ਖਿੱਚਦੇ ਹਾਂ, ਕਿਉਂਕਿ ਇਹ ਐਂਗਲ ਥੀਟਾ ਹੈ ਤਾਂ ਇਹ ਲਾਈਨ ਤੇ ਆ ਲਾਈਨ ਇਹਨਾਂ ਦੇ ਵਿੱਚ ਐਂਗਲ ਥੀਟਾ ਹੈ। ਤਾਂ ਇਸ ਲਾਈਨ ਦੀ ਪਰਪੈਂਡੀਕੂਲਰ ਲਾਈਨ ਇਹ ਆ, ਇਸ ਲਾਈਨ ਦੀ ਪਰਪੈਂਡੀਕੂਲਰ ਲਾਈਨ ਇਹ ਆ। ਤਾਂ ਇਹਨਾਂ ਦੋਨਾਂ ਦੇ ਵਿੱਚ ਐਂਗਲ ਵੀ ਕੀ ਹੋ ਜਾਏਗਾ, ਥੀਟਾ ਹੋ ਜਾਏਗਾ। ਕਲੀਅਰ ਆ ਜੀ। ਤੇ ਆ ਵੀ ਐਂਗਲ ਕਿੰਨਾ ਹੋ ਜਾਏਗਾ, ਥੀਟਾ ਹੋਵੇਗਾ। ਇਹ ਜਿਓਮੈਟਰੀ ਦਾ ਆਪਾਂ ਯੂਜ਼ ਕੀਤਾਗਾ। ਦੂਜਾ ਆਪਾਂ ਇੱਥੇ ਕਹਿ ਸਕਦੇ ਹਾਂਗੇ ਕਿ ਦੋ ਪੈਰਲਲ ਲਾਈਨਾਂ ਨੇ, ਆ ਇੱਕ ਤੀਜੀ ਲਾਈਨ ਇਹਨਾਂ ਨੂੰ ਕੱਟ ਰਹੀ ਹੈ, ਇੰਟਰਸੈਕਟ ਕਰ ਰਹੀ ਹੈ, ਤਾਂ ਜਿਹੜੇ ਆਲਟਰਨੇਟ ਐਂਗਲਸ ਹੁੰਦੇ ਨੇਗੇ ਉਹ ਕੀ ਹੁੰਦੇ ਨੇਗੇ, ਇਕੁਅਲ ਹੁੰਦੇ ਨੇਗੇ। ਤਾਂ ਜਿਓਮੈਟਰੀ ਦਾ ਆਪਾਂ ਯੂਜ਼ ਕਰਕੇ ਇੱਥੇ ਪਤਾ ਕਰ ਲਿਆ ਕਿ ਇਹ ਵੀ ਐਂਗਲ ਥੀਟਾ, ਇਹ ਵੀ ਐਂਗਲ ਥੀਟਾ ਹੈ। ਤਾਂ ਹੁਣ ਆਪਾਂ ਇਸ EB ਨੂੰ ਰਿਜ਼ੋਲਵ ਕਰਾਂਗੇ ਦੋ ਕੰਪੋਨੈਂਟਸ ਦੇ ਵਿੱਚ, ਪਰਪੈਂਡੀਕੂਲਰ ਕੰਪੋਨੈਂਟਸ ਦੇ ਵਿੱਚ। ਉਹ ਕੀ ਹੋਵੇਗਾ, ਅਲੋਂਗ ਦਾ ਐਂਗਲ ਥੀਟਾ ਉਹ ਹੁੰਦਾ ਕੰਪੋਨੈਂਟ EB cos ਥੀਟਾ, ਕਿੰਨਾ ਹੁੰਦਾ ਉਹ, ਠੀਕ ਹੈ। ਤੇ ਦੂਜੀ ਤਰਫ ਤਾਂ ਹੁੰਦਾਗਾ वर्टिकल कंपोनेंट EB sin थीटा। इसी तरह आप EA ਦੇ ਦੋ ਕੰਪੋਨੈਂਟ ਰਿਜ਼ੋਲਵ ਕਰਾਂਗੇ, ਇੱਕ ਅਲੋਂਗ
हॉरिजॉन्टल एक अलोंग वर्टिकल, हॉरिजॉन्टल दे अलोंग आ गया अपने कोले ई ए cos थीटा, इधर वर्टिकल दे अलोंग आ गया ई बी ई ए sin थीटा, क्योंकि ई ए ते ई बी ਦਾ मैग्नीट्यूड बराबर है ਤਾਂ ई ए sin थीटा ਤੇ ई बी sin थीटा ਇੱਕ ਦੂਜੇ ਦੇ ਆਪੋਜ਼ਿਟ ਡਾਇਰੈਕਸ਼ਨ 'ਚ ਨੇ, ਸੇਮ ਇਨ ਮੈਗਨੀਟਿਊਡ ਨੇ, ਕੈਂਸਲ ਆਊਟ ਹੋ ਜਾਣਗੇ ਇੱਕ ਦੂਜੇ ਨਾਲ। ਤਾਂ ਜੋ ਨੈਟ ਰਿਜ਼ਲਟੈਂਟ ਹੈ ई बी ਤੇ ई ए ਵੈਕਟਰ ਦਾ ਉਹ ਇੱਧਰ ਆਵੇਗਾ, ਇਹ ਪਲਸ ਇਹ ਦੋਨਾਂ ਦਾ ਸਮ ਹੋ ਜਾਏਗਾ। ਤਾਂ ई ਨੈਟ ਟੋਟਲ ਜਾਂ ई ਨੈਟ ਕਿੰਨਾ ਕਰਾਂਗੇ ਆਪਾਂ, ई ए cos थीटा प्लस ई बी cos थीटा। सिर्फ ਆਪਾਂ मैग्नीट्यूड ਦੀ ਗੱਲ ਕਰ ਰਹੇ ਹਾਂ, डायरेक्शन ਦੇ ਵਿੱਚ ਆਪਾਂ ਨੂੰ ਪਤਾ ਹੀ ਲੱਗ ਗਿਆ ਕਿ ਇਸ डायरेक्शन ਦੇ ਵਿੱਚ ਹੈ, ਠੀਕ ਹੈ। ਤਾਂ ਇਹਨਾਂ ਨੂੰ ਦੋਨਾਂ ਨੂੰ ਆਪਾਂ ਜੋੜ ਲੈਣਾ ਹੈ, ई ए ਤੇ ई b ਬਰਾਬਰ ਹੈ, ਉਹ ਆਪਾਂ e ਹੀ ਲਿਖ ਸਕਦੇ ਹਾਂ। ਤਾਂ ਇਹ ਲਿਖ ਲਓ 2e cos थीटा, ਇਸ ਤਰ੍ਹਾਂ ਲਿਖ ਸਕਦੇ ਹਾਂ ਆਪਾਂ। ਤਾਂ ਹੁਣ e ਦੀ ਵੈਲਿਊ ਕਿੰਨੀ ਹੈ, ਜੋ e a ਜਾਂ e b ਦੀ ਹੈ, ਫਰੋਮ ਇਕੁਏਸ਼ਨ 1 ਐਂਡ 2 ਕੋਈ ਵੀ ਵੈਲਿਊ ਪੁੱਟ ਕਰ ਦੋ। ਤਾਂ ਇਹ ਆ ਜਾ ਆਪਣੇ ਕੋਲੇ e ਇਕੁਏਟੋਰੀਅਲ ਜਾਂ E net net electric field। ਹੁਣ ਆਪਾਂ ਇੱਥੇ cos थीटा ਦੀ ਵੈਲਿਊ ਪੁੱਟ ਕਰ ਰਹੇ ਤੇ ਇੱਕ E ਦੀ ਵੈਲਿਊ ਪੁੱਟ ਕਰਨੀ ਹੈ ਫਰੋਮ ਇਕੁਏਸ਼ਨ 1 ਔਰ 2। ਤਾਂ cos थीटा ਕਿੰਨਾ ਹੈ, ਇੱਥੋਂ ਦੇਖੋ थीटा ਐਂਗਲ ਇਹ ਆ, ਇਹ ਇੱਕ ਪਰਪੈਂਡੀਕੂਲਰ ਟ੍ਰਾਇੰਗਲ ਹੈ, ਰਾਈਟ ਐਂਗਲ ਟ੍ਰਾਇੰਗਲ ਹੈ। ਇਹਦੇ ਵਿੱਚ cos थीटा ਆਪਾਂ ਪਤਾ ਕਰਨਾ ਹੋਵੇ ਤਾਂ ਟ੍ਰਿਗਨੋਮੈਟਰੀ ਯੂਜ਼ ਕਰਾਂਗੇ, ਬੇਸ ਅਪਨ ਹਾਈਪੋਟਨਿਊਜ਼। ਬੇਸ ਹੈਗਾ ਇੱਥੇ L, ਹਾਈਪੋਟਨਿਊਜ਼ ਹੈਗਾ this r² + l² ਦਾ ਅੰਡਰ ਰੂਟ। ਤਾਂ cos थीटा ਦੀ ਜੋ ਵੈਲਿਊ ਹੈ ਉਹ ਕਿੰਨੀ ਆ ਜਾਊਗੀ, L अपॉन यानी कि बेस अपॉन हाइपोटेन्यूज। ਹੁਣ ਇੱਥੇ ਆਪਾਂ E ਦੀ ਵੈਲਿਊ ਪੁੱਟ ਕਰ ਦਾਂਗੇ ਫਰੋਮ ਇਕੁਏਸ਼ਨ 1 ਔਰ 2। ਇਹ ਵੈਲਿਊ ਇੱਥੇ ਪੁੱਟ ਕਰ ਦਾਂਗੇ E ਦੀ। ਤਾਂ ਆਪਣੇ ਕੋਲੇ ਆਨਸਰ ਕਿੰਨਾ ਆ ਗਿਆ, E ਇਕੁਏਟੋਰੀਅਲ is equal to 2 into 1 upon 4 pi epsilon naught Q upon r square plus l square ਇਹਦੇ ਨਾਲ into L upon r square plus l square ਦੀ ਪਾਵਰ ਹਾਫ, ਅੰਡਰ ਰੂਟ ਨੂੰ ਆਪਾਂ ਪਾਵਰ ਹਾਫ ਵੀ ਲਿਖ ਦਿੰਦੇ ਹਾਂ। ਤਾਂ ਹੁਣ ਆਪਾਂ ਨੇ ਕੀ ਕਰਨਾ ਹੈ, ਇਸ ਨੂੰ ਥੋੜਾ ਜਿਹਾ ਸੈਟਅਪ ਕਰਨਾ ਹੈ, ਆਪਣੀ ਸਹੀ ਤਰੀਕੇ ਨਾਲ ਲਿਖਣਾ ਹੈ, ਥੋੜਾ ਜਿਹਾ ਐਡਜਸਟਮੈਂਟ ਕਰਨੀ ਹੈ। ਕਿਸ ਤਰ੍ਹਾਂ, 1 upon 4 pi epsilon naught ਨੂੰ ਆਪਾਂ ਇਸ ਤੇ ਲਿਖਾਂਗੇ 2QL। ਇਹਨੂੰ ਆਪਾਂ ਕਿਸ ਤਰ੍ਹਾਂ ਅਰੇਂਜ ਕਰਾਂਗੇ, ਇਹਨੂੰ ਲਿਖਾਂਗੇ ਆਪਾਂ Q into 2L। ऊपर सारे अपने लिख लिया टर्म से, नीचली टर्म की आ ये हैगा r² plus l² ਦੀ ਪਾਵਰ 1 ਉਰੇ r² plus l² ਦੀ ਪਾਵਰ ਹੈਗੀ ਹਾਫ। ਤਾਂ ਪਾਵਰ ਬੇਸ ਸੇਮ ਨੇ, ਪਾਵਰਾਂ ਐਡ ਹੋ ਜਾਣਗੀਆਂ, 1 ਤੇ ਹਾਫ ਕਿੰਨੇ ਹੋ ਗਈ 3/2। ਤਾਂ ਇੱਥੇ ਆਪਾਂ ਲਿਖ ਲਾਂਗੇ r² plus l² ਦੀ ਪਾਵਰ 3/2। ਕਲੀਅਰ ਹੈ ਜੀ। ਤੇ ਹੁਣ ਆਪਣੇ ਕੋਲੇ ਕੀ ਹੈ, Q into 2L ਕੀ ਹੁੰਦਾ ਹੈਗਾ, ਡਾਈਪੋਲ ਮੋਮੈਂਟ ਦੀ ਆਪਣੀ ਡੈਫੀਨੇਸ਼ਨ ਹੈ। ਇੱਥੋਂ Q into 2L ਡਾਈਪੋਲ ਮੋਮੈਂਟ ਆਪਣਾ P ਹੁੰਦਾ ਹੈਗਾ। ਤਾਂ ਇਸ ਤੇ ਆਪਾਂ ਇਸੇ ਜਗ੍ਹਾ ਤੇ ਲਿਖ ਸਕਦੇ ਹਾਂ ਕਿ E equatorial is equal to 1 upon 4 pi epsilon naught। ਇਸ ਦੀ ਵੈਲਿਊ ਆਪਾਂ ਨੇ ਪੁੱਟ ਕਰਤੀ P। ਤਾਂ ਆਪਣੇ ਕੋਲ ਆ ਗਿਆ P by r² plus l² ਦੀ ਪਾਵਰ 3/2। ਇਹ ਆਪਣੇ ਕੋਲ ਆ ਗਿਆ ਇਲੈਕਟ੍ਰਿਕ ਫੀਲਡ ਇੰਟੈਂਸਿਟੀ at a point P on the equatorial line। ਇਹ ਆਨਸਰ ਹੈ, ਇਹ ਸਿਰਫ ਹੈ ਮੈਗਨੀਟਿਊਡ ਦੇ ਵਿੱਚ। ਜੇ ਹੁਣ ਆਪਾਂ ਗੱਲ ਕਰਾਂਗੇ ਡਾਇਰੈਕਸ਼ਨ ਦੀ, ਡਾਇਰੈਕਸ਼ਨ ਦਾ ਕੁਐਸਚਨ ਜੋ ਹੈ ਉਹ ਇੱਕ ਨੰਬਰ ਦੇ ਵਿੱਚ ਐਕਸਟਰਾ ਆ ਸਕਦਾ ਹੈ, ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆਗਾ। ਤਾਂ ਹੁਣ ਆਪਾਂ ਗੱਲ ਕਰਾਂਗੇ ਇਸ ਦੀ ਡਾਇਰੈਕਸ਼ਨ ਦੀ। ਡਾਇਰੈਕਸ਼ਨ ਦੇ ਵਿੱਚ ਕੀ ਹੈ, ਇਹ ਆਪਣਾ ਆਇਆ ਸੀ ਨੈਟ ਇਲੈਕਟ੍ਰਿਕ ਫੀਲਡ ਜਾਂ ਇਕੁਆਟੋਰੀਅਲ ਲਾਈਨ ਤੇ ਜੋ ਇਲੈਕਟ੍ਰਿਕ ਫੀਲਡ ਦੀ ਵੈਲਿਊ ਹੈ, ਇਹ ਨੈਟ ਰਿਜ਼ਲਟੈਂਟ ਆਇਆ ਸੀ। ਤੇ ਹੁਣ ਡਾਇਰੈਕਸ਼ਨ ਦੀ ਜਦੋਂ ਆਪਾਂ ਨੇ ਆਨਸਰ ਦੇਣਾ ਹੈ ਤਾਂ ਡਾਇਰੈਕਸ਼ਨ ਦਾ ਆਨਸਰ ਹਮੇਸ਼ਾ ਦੇਣਾ ਹੈ डाइपोल मोमेंट दी डायरेक्शन दे अकॉर्डिंग। डाइपोल मोमेंट दी डायरेक्शन की है फ्रॉम नेगेटिव टू पॉजिटिव चार्ज इस डायरेक्शन दे विच। ते जो अपना नेट इलेक्ट्रिक फील्ड आया है इक्वेटोरियल लाइन ते उसकी डायरेक्शन की है इस। तो दोनों डायरेक्शंस की ने अपोजिट डायरेक्शन या कह लो दोनों दे विच एंगल कितना है 180 डिग्री। तो डायरेक्शन दे विच आप आंसर की लिखांगे E equatorial is opposite to dipole moment P vector या कह लो एंगल is 180 degree between E equatorial and dipole moment P vector।
ਪਿਛਲਾ ਜੋ ਆਰਟੀਕਲ ਆਪਾਂ ਨੇ ਪੜਿਆ ਸੀਗਾ ਐਕਸੀਅਲ ਲਾਈਨ ਵਾਲਾ, ਉਸ ਦੇ ਵਿੱਚ ਕੀ ਆਇਆ ਸੀਗਾ, ਦੋਨਾਂ ਦੇ ਵਿੱਚ ਜੋ ਡਾਇਰੈਕਸ਼ਨ ਸੀ ਉਹ ਸੇਮ ਡਾਇਰੈਕਸ਼ਨ ਸੀ, ਐਂਗਲ ਹੈਗਾ ਸੀ 0 ਡਿਗਰੀ। ਇਹ ਦੋਨੇ ਗੱਲਾਂ ਤੁਸੀਂ ਨੇ ਯਾਦ ਰੱਖਣੀ, ਇੱਕ ਨੰਬਰ ਦੇ ਕੁਐਸਚਨ ਦੇ ਵਿੱਚ ਪੁੱਛੇ ਜਾ ਸਕਦੀਆਂ ਨੇ ਕਿ ਡਾਇਰੈਕਸ਼ਨ ਬਿਟਵੀਨ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਐਂਡ ਡਾਈਪੋਲ ਮੋਮੈਂਟ ਕਿੰਨਾ ਹੋਵੇਗਾ ਇਨ ਕੇਸ ਆਫ ਐਕਸੀਅਲ ਐਂਡ ਇਨ ਕੇਸ ਆਫ ਇਕੁਆਟੋਰੀਅਲ ਲਾਈਨ। ਦੋਨੋਂ ਰਿਜ਼ਲਟ ਯਾਦ ਰੱਖਣੇ ਨੇ। ਹੁਣ ਆਪਾਂ ਇਸ ਦਾ ਵੀ ਸਪੈਸ਼ਲ ਕੇਸ ਪੜਾਂਗੇ। ਸਪੈਸ਼ਲ ਕੇਸ ਦੇ ਵਿੱਚ ਆਪਾਂ ਕੀ ਲਿਖਦੇ ਹੁੰਦੇ ਹੈਗੇ, ਫॉर ए ਸ਼ਾਰਟ ਡਾਈਪੋਲ। ਸ਼ਾਰਟ ਡਾਈਪੋਲ ਵਾਸਤੇ ਕੀ ਹੁੰਦਾ ਹੈ, ਸ਼ਾਰਟ ਡਾਈਪੋਲ ਵਾਸਤੇ ਇੱਕੋ ਇੱਕ ਕੰਡੀਸ਼ਨ ਹੈ ਕਿ r is very very greater than l। ਜਦੋਂ r l ਦੇ ਮੁਕਾਬਲੇ ਕਾਫੀ ਜ਼ਿਆਦਾ ਹਾਈ ਹੋਵੇ from the center of the dipole, ਤਾਂ ਆਪਾਂ l ਨੂੰ ਉਸ ਦੇ ਕੰਪੈਰੀਜ਼ਨ ਚ ਨੈਗਲੈਕਟ ਕਰ ਸਕਦੇ ਹਾਂ, 0 ਪੁੱਟ ਕਰ ਸਕਦੇ ਹਾਂ। ਤਾਂ ਆਪਣਾ ਜੋ ਰਿਜ਼ਲਟ ਸੀਗਾ ਇਸ ਦੇ ਵਿੱਚ ਆਪਾਂ l ਦੀ ਜਗ੍ਹਾ ਤੇ 0 ਪੁੱਟ ਕਰ ਦਵਾਂਗੇ ਤਾਂ ਆਪਣਾ ਆਨਸਰ ਕੀ ਆ ਜਾਵੇਗਾ, r ਦੀ ਪਾਵਰ 2 into 3/2। 2 ਨਾਲ 2 ਕੱਟ ਕੈਂਸਲ ਕਿੰਨਾ ਆ ਗਿਆ, ਇਹ ਆਨਸਰ ਹੈ ਜੋ ਆਪਾਂ ਨੇ ਫਾਈਨਲੀ ਯਾਦ ਕਰਨਾ ਹੈ ਤੇ ਇੱਥੇ ਤੱਕ ਆਪਣਾ ਜੋ ਆਰਟੀਕਲ ਹੈ ਸੋਲਵ ਕਰਨਾ ਹੈ 5 ਨੰਬਰ ਦੇ ਲਈ P/r³। ਤੇ ਹੁਣ ਆਪਾਂ ਇਸ ਰਿਜ਼ਲਟ ਤੋਂ ਕੀ ਦੇਖ ਰਹੇ ਹਾਂਗੇ, electric field is inversely proportional to r³ and E is directly proportional to dipole moment P। ਕਲੀਅਰ ਹੈ, ਇਹ ਦੋ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲੇ। ਇੱਕ ਗੱਲ ਹੋਰ ਇੱਥੇ ਯਾਦ ਰੱਖਣੀ ਆ ਕਿ ਜੋ ਸਿੰਗਲ ਇਲੈਕਟ੍ਰਿਕ ਚਾਰਜ ਵਾਸਤੇ ਜੋ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦਾ ਜੋ ਫਾਰਮੂਲਾ ਹੈ ਉਹ 1/r² ਦੇ ਇਨਵਰਸਲੀ ਪ੍ਰੋਪੋਰਸ਼ਨਲ ਹੈ। E on ਸਿੰਗਲ ਚਾਰਜ ਵਾਸਤੇ ਜੋ ਹੈ E is inversely proportional to r², ਸਿੰਗਲ ਚਾਰਜ ਲਈ, ਤੇ E due to dipole ਚਾਹੇ ਉਹ ਐਕਸੀਅਲ ਲਾਈਨ ਤੇ, ਚਾਹੇ ਉਹ ਇਕੁਆਟੋਰੀਅਲ ਲਾਈਨ ਤੇ, ਜਾਂ ਚਾਹੇ ਕਿਸੇ ਵੀ ਪੁਆਇੰਟ ਤੇ ਹੈ, that will be always inversely proportional to r³। ਇਹ ਵੀ ਤੁਸੀਂ ਨੇ ਦੋ ਪੁਆਇੰਟ ਚੰਗੀ ਤਰ੍ਹਾਂ ਯਾਦ ਕਰ ਲੈਣੇ ਨੇਗੇ। ਮੋਨੋਪੋਲ ਵਾਸਤੇ, ਸਿੰਗਲ ਚਾਰਜ ਵਾਸਤੇ ਇਨਵਰਸਲੀ ਪ੍ਰੋਪੋਰਸ਼ਨਲ ਟੂ r², ਡਾਈਪੋਲ ਵਾਸਤੇ ਇਨਵਰਸਲੀ ਪ੍ਰੋਪੋਰਸ਼ਨਲ ਟੂ r³, ਤੇ ਇਸੇ ਤਰ੍ਹਾਂ ਇਹ ਜੋ ਸਿਮੈਟਰੀ ਹੈ ਅੱਗੇ ਦੀ ਅੱਗੇ ਚੱਲਦੀ ਜਾਂਦੀ ਹੈ। ਤਾਂ ਇਹ ਵੀ ਆਪਾਂ ਨੇ ਇੱਕ 1 ਮਾਰਕ ਦੇ ਕੁਐਸਚਨ ਦੇ ਲਈ ਇਹ ਯਾਦ ਕਰ ਲੈਣਾ ਹੈ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਜੋ ਟੌਪਿਕ ਹੈ ਆਪਣਾ ਉਹ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। ਇਕੁਆਟੋਰੀਅਲ ਲਾਈਨ ਵਾਲਾ ਵੈਰੀ 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 ਇੰਪੋਰਟੈਂਟ ਕੁਐਸਚਨ ਹੈ ਜੋ ਐਗਜ਼ਾਮ ਦੇ ਵਿੱਚ ਹਰ ਸਾਲ ਪੁੱਛਿਆ ਹੀ ਜਾਂਦਾ ਹੈ। ਤੁਸੀਂ ਇਸ ਨੂੰ ਕਦੇ ਵੀ ਮਿਸ ਨਹੀਂ ਕਰਨਾ, ਇਸ ਨੂੰ ਛੱਡਣਾ ਨਹੀਂ ਹੈ। ਵੈਰੀ ਸਿੰਪਲ ਕੁਐਸਚਨ ਹੈ, 2 ਸਟੈਪਾਂ ਦੇ ਵਿੱਚ ਇਸ ਦਾ ਆਨਸਰ ਆ ਜਾਂਦਾ ਹੈ ਤੇ ਆਪਣੇ 5 ਨੰਬਰ ਪੱਕੇ ਹੋ ਜਾਣਗੇ। ਫਿਜ਼ਿਕਸ ਦੀਆਂ ਹੋਰ ਵੀ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹੋ ਮੇਰੇ YouTube ਚੈਨਲ ਫਿਜ਼ਿਕਸ ਬਾਏ ਸਿੱਧੂ ਸਾਹਿਬ ਤੇ। ਮਿਲਦੇ ਹਾਂ ਅਗਲੇ ਟੌਪਿਕ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ।